ਹੁਣ ਬਾਬੇ ਦੀ ਵਾਰੀ ਤਲੋਕੇ ਦੇ ਘਰ ਜਾਣ ਦੀ ਸੀ। ਤਲੋਕਾ ਸੱਚੀ ਮੁੱਚੀ ਆਪਣੇ ਪਿਓ ਦੇ ਬੁਢਾਪੇ ਨੂੰ ਇਸ ਤਰ੍ਹਾਂ ਰੁਲਦਾ ਨਹੀਂ ਸੀ ਦੇਖ ਸਕਦਾ। ਜਦੋਂ ਬਾਬਾ ਤਲੋਕੇ ਦੇ ਘਰ ਹੁੰਦਾ ਤਾਂ ਤਲੋਕੇ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ, ਸਭ ਤੋਂ ਪਹਿਲਾਂ ਬਾਬੇ ਨੂੰ ਚਾਹ ਦਿੰਦੀ। ਇਸ ਘਰ ਬਾਬੇ ਦੇ ਕੱਪੜੇ ਧੋ ਕੇ ਰੋਜ਼ ਬਦਲੇ ਜਾਂਦੇ। ਤਲੋਕਾ ਉਸਦੀ ਖੁਸ਼ੀ ਦਾ ਪੂਰਾ ਧਿਆਨ ਰੱਖਦਾ, ਪਰ ਫਿਰ ਵੀ ਬਾਬੇ ਨੂੰ ਇਹ ਲੱਗਦਾ ਜਿਵੇਂ ਕੋਈ ਗੁੱਗੇ ਦੀ ਪੂਜਾ ਹੋ ਰਹੀ ਹੈ। ਗੁੱਗੇ ਨਾਲ ਭਲਾ ਕਿਸੇ ਨੂੰ ਕੀ ਪਿਆਰ ਹੋ ਸਕਦਾ ਹੈ। ਉਸ ਦੀ ਪੂਜਾ ਡੰਗ ਦੇ ਡਰ ਤੋਂ ਹੀ ਕੀਤੀ ਜਾਂਦੀ ਹੈ। ਹੁਣ ਮਤਲਬ ਉਸ ਤੋਂ ਬਾਅਦ ਕੀ ਸੀ, ਜਿਹੜਾ ਬਾਬਾ ਸੀ ਆਪਣੇ ਤੀਜੇ ਪੁੱਤਰ ਤਲੋਕੇ ਦੇ ਘਰ ਆ ਗਿਆ। ਠੀਕ ਹੈ, ਤਲੋਕਾ ਜਿਹੜਾ ਸੀਗਾ ਆਪਣੇ ਪਿਤਾ ਦੇ ਬੁਢਾਪੇ ਨੂੰ ਜਾਂ ਰੁਲਦਾ ਵੇਖ ਨਹੀਂ ਸਕਦਾ ਸੀ, ਇਸ ਕਰਕੇ ਆਪਣੇ ਪਿਤਾ ਦੀ ਪੂਰੀ ਸੇਵਾ ਕਰਦਾ ਸੀ, ਪੂਰੀ ਕਦਰ ਕਰਦਾ ਸੀ। ਅਤੇ ਜਦੋਂ ਵੀ ਬਾਬਾ ਉਹਦੇ ਘਰ ਹੁੰਦਾ ਤਾਂ ਉਹਦੀ ਜਿਹੜੀ ਵਹੁਟੀ ਸੀਗੀ ਜਾਂ ਉਹਦੀ ਤਲੋਕੇ ਦੀ ਪਤਨੀ ਸੀ, ਉਹ ਆਪਣੇ ਮਤਲਬ ਬਜ਼ੁਰਗ ਨੂੰ, ਆਪਣੇ ਬਾਬੇ ਨੂੰ ਜਾਂ ਆਪਣੇ ਪਿਤਾ ਨੂੰ ਸਭ ਤੋਂ ਪਹਿਲਾਂ ਚਾਹ ਰੋਟੀ ਦਿੰਦੀ ਸੀ। ਠੀਕ ਹੈ, ਉਹਦੇ ਕੱਪੜੇ ਵੀ ਰੋਜ਼ ਧੋਂਦੀ ਸੀ ਜਾਂ ਉਹਦੇ ਕੱਪੜਿਆਂ ਨੂੰ ਰੋਜ਼ ਧੋ ਕੇ ਦਿੰਦੀ ਸੀ। ਤਲੋਕਾ ਵੀ ਆਪਣੇ ਪਿਤਾ ਦੀ ਖੁਸ਼ੀ ਦਾ ਪੂਰਾ ਧਿਆਨ ਰੱਖਦਾ ਸੀਗਾ, ਬਟ ਫਿਰ ਵੀ ਬਾਬੇ ਦੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ ਸੀ। ਉਹਨੂੰ ਇੰਝ ਲੱਗਦਾ ਸੀ ਕਿ ਕਿਤੇ ਕਿਸੇ ਡਰ ਕਾਰਨ ਉਹਦੀ ਸੇਵਾ ਹੋ ਰਹੀ ਹੈ। ਮਤਲਬ ਉਹਦੇ 9 ਪੁੱਤਰ ਦਿਲ ਤੋਂ ਉਹਦੀ ਸੇਵਾ ਨਹੀਂ ਕਰ ਰਹੇ, ਕਿਸੇ ਡੰਗ ਦੇ ਡਰ ਤੋਂ ਸੇਵਾ ਕਰ ਰਹੇ ਨੇ ਵੀ ਜੇਕਰ ਉਹਨਾਂ ਨੇ ਆਪਣੇ ਪਿਤਾ ਦੀ ਸੇਵਾ ਨਾ ਕੀਤੀ ਤਾਂ ਉਹਨਾਂ ਨੂੰ ਕਿਤੇ ਕੋਈ ਸਜ਼ਾ ਨਾ ਮਿਲ ਜਾਵੇ। ਠੀਕ ਹੈ, ਉਹਨਾਂ ਨਾਲ ਕੋਈ ਗਲਤ ਨਾ ਹੋ ਜਾਵੇ ਉਹਨਾਂ ਨਾਲ। ਠੀਕ ਹੈ, ਉਹਨੂੰ ਇਹ ਲੱਗਦਾ ਸੀ ਕਿ ਦਿਲ ਤੋਂ ਉਹਦੇ 9 ਪੁੱਤਰ ਸੇਵਾ ਨਹੀਂ ਕਰਦੇ, ਕਿਸੇ ਗੱਲ ਦੇ ਡਰ ਤੋਂ ਉਹਦੀ ਸੇਵਾ ਕਰਦੇ ਪਏ ਨੇ। ਠੀਕ ਹੈ, ਗੱਲ ਇਹ ਵੀ 16 ਨੇ ਠੀਕ ਸੀ। ਤਲੋਕਾ ਬਾਬੇ ਦੀ ਸੇਵਾ ਵਿੱਚ ਆਪਣੀ ਵਹੁਟੀ 'ਤੇ ਸਖਤ ਨਜ਼ਰ ਰੱਖਦਾ ਸੀ, ਜਿਸ ਕਰਕੇ ਉਸ ਦੀ ਵਹੁਟੀ ਵੇਲੇ ਸਿਰ ਬਾਬੇ ਦੇ ਸਾਰੇ ਕੰਮ ਕਰ ਦਿੰਦੀ, ਰੋਜ਼ ਕੱਪੜੇ ਧੋਂਦੀ, ਚਾਹ ਪਾਣੀ ਸਮੇਂ ਸਿਰ ਦਿੰਦੀ, ਉਸਦਾ ਮੰਜਾ ਬਿਸਤਰਾ ਸਾਫ਼ ਰੱਖਦੀ। ਪਰ ਆਉਂਦੀ ਜਾਂਦੀ ਉਹ ਬਾਬੇ ਨੂੰ ਕੋਈ ਨਾ ਕੋਈ ਚੁੱਭ ਵੀ ਗੱਲ ਜ਼ਰੂਰ ਸੁਣਾ ਜਾਂਦੀ। ਠੀਕ ਹੈ, ਮਤਲਬ ਬਾਬੇ ਦਾ ਜਿਹੜਾ ਡਰ ਸੀ ਉਹ ਆਪਣੀ ਜਗ੍ਹਾ 'ਤੇ ਠੀਕ ਸੀ, ਕਿਉਂਕਿ ਜਿਹੜੀ ਤਲੋਕੇ ਦੀ ਪਤਨੀ ਸੀ ਉਹ ਬਾਬੇ ਦੀ ਸੇਵਾ ਤਾਂ ਕਰਦੀ ਸੀ। ਠੀਕ ਹੈ, ਬਟ ਉਹ ਬਾਬੇ ਦੀ ਸੇਵਾ ਕਰਦੀ ਬਾਬੇ ਨੂੰ ਕੋਈ ਨਾ ਕੋਈ ਤਾਨਾ ਮੇਨਾ ਵੀ ਮਾਰ ਜਾਂਦੀ ਸੀ। ਮਤਲਬ ਤਾਨਾ ਮੇਨਾ ਕਿ ਕੋਈ ਐਵੇਂ ਦੀ ਗੱਲ ਕਹਿ ਜਾਂਦੀ ਸੀ ਕਿ ਮਤਲਬ ਬਾਬੇ ਨੂੰ ਜਿਹੜੀ ਉਹ ਗੱਲ ਸੀ ਬਾਬੇ ਦੀ ਸਿੱਧੀ ਦਿਲ 'ਤੇ ਜਾ ਲੱਗਦੀ ਸੀ। ਠੀਕ ਹੈ, ਮਤਲਬ ਸੇਵਾ ਵੀ ਕਰਦੀ ਸੀ, ਬਟ ਸੇਵਾ ਕਰਦੀ ਕੋਈ ਨਾ ਕੋਈ ਮਤਲਬ ਦੁੱਖ ਵਾਲੀ ਗੱਲ ਵੀ ਬਾਬੇ ਨੂੰ ਕਰ ਜਾਂਦੀ ਸੀ, ਜਿਸ ਕਰਕੇ ਬਾਬੇ ਜਿਹੜੀ ਉਹਦੀ ਸੇਵਾ ਸੀਗੀ ਉਹ ਵੀ ਬਾਬੇ ਨੂੰ ਚੰਗੀ ਨਹੀਂ ਲੱਗਦੀ ਸੀ। ਬਾਪੂ ਤੋਂ ਭਲਾ ਸਾਰੀ ਉਮਰ ਵਿੱਚ ਕੀ ਕੀਤਾ ਆਪਣੇ ਪੁੱਤਰਾਂ ਲਈ। ਮਤਲਬ ਉਹਨੂੰ ਐਵੇਂ ਦੇ ਤਾਨੇ ਮੇਨੇ ਮਾਰਦੀ ਸੀ ਕਿ ਮਤਲਬ ਤੂੰ ਆਪਦੇ ਪੁੱਤਰਾਂ ਲਈ ਕੀ ਕੀਤਾ, ਤੂੰ ਆਪਣੇ ਪੁੱਤਰਾਂ ਲਈ ਜ਼ਮੀਨ ਥੋੜ੍ਹੀ ਬਣਾਈ ਹੈ ਜਾਂ ਆਪਣੇ ਪੁੱਤਰਾਂ ਲਈ ਕੋਈ ਜਾਇਦਾਦ ਨਹੀਂ ਛੱਡੀ। ਠੀਕ ਹੈ, ਪਿੰਡ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਹੈ ਸਾਡੇ ਕੋਲ, ਤੇਰੀ ਕੋਈ ਸੇਵਾ ਕਰੇ ਤਾਂ ਭਲਾ ਕਿਵੇਂ ਕਰੇ। ਬਾਬਾ ਨੋਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਅੰਦਰੋਂ ਅੰਦਰੀ ਰੋ ਉੱਠਦਾ। ਮਤਲਬ ਸਭ ਤੋਂ ਪਹਿਲਾਂ ਉਹਨੂੰ ਮੇਨਾ ਕੀ ਮਾਰਦੀ ਸੀਗੀ ਕਿ ਸਾਡੇ ਕੋਲ ਜਿਹੜੀ ਜ਼ਮੀਨ ਹੈ ਸਭ ਤੋਂ ਥੋੜ੍ਹੀ ਹੈ। ਠੀਕ ਹੈ, ਵੀ ਸਾਡੇ ਕੋਲ ਜ਼ਮੀਨ ਤਾਂ ਥੋੜ੍ਹੀ ਤੇ ਅਸੀਂ ਤੇਰੀ ਸੇਵਾ ਕਿਵੇਂ ਕਰੀਏ। ਠੀਕ ਹੈ, ਇਸ ਕਰਕੇ ਬਾਬਾ ਆਪਣੇ ਨੋਹਾਂ ਦੇ ਜਿਹੜੇ ਗੱਲਾਂ ਚੁਭਵੀਆਂ ਹੁੰਦੀਆਂ ਸੀਗੀਆਂ ਜਾਂ ਤਾਨੇ ਮੇਨੇ ਤੋਂ ਦੁਖੀ ਹੋ ਕੇ ਅੰਦਰੋਂ ਹੀ ਅੰਦਰੋਂ ਰੋ ਉੱਠਦਾ ਸੀ। ਉਹਦਾ ਦਿਲ ਜਿਹੜਾ ਸੀ ਰੋਣ ਲੱਗ ਜਾਂਦਾ ਸੀ। ਜੀ ਕਰਦਾ ਉਹ ਪੰਜਾਂ ਨੂੰ ਛੜਾ ਕੇ ਕਿਧਰੇ ਦੂਰ ਚਲਾ ਜਾਵੇ, ਪਰ ਇਸ ਵਿੱਚ ਤਲੋਕੇ ਦਾ ਕੀ ਕਸੂਰ। ਨਾ ਉਹ ਤਲੋਕੇ ਨੂੰ ਕੁਝ ਦੱਸਦਾ, ਨਾ ਉਹਨੂੰ ਕੋਈ ਜਵਾਬ ਦਿੰਦਾ। ਬਾਬਾ ਨਹੀਂ ਸੀ ਚਾਹੁੰਦਾ ਕਿ ਘਰ ਵਿੱਚ ਉਸ ਦੇ ਪਿੱਛੇ ਕੋਈ ਲੜਾਈ ਹੋਵੇ, ਪਰ ਫਿਰ ਉਹ ਆਪਣੇ ਪੁੱਤਰ ਬਾਰੇ ਸੋਚ ਜਾਂਦਾ ਸੀ ਕਿ ਉਹਦੇ ਪੁੱਤਰ ਦਾ ਕੀ ਕਸੂਰ ਹੈ। ਠੀਕ ਹੈ, ਮਤਲਬ ਉਹ ਆਪਣੇ ਪੁੱਤਰ ਨੂੰ ਕੁਝ ਨਹੀਂ ਦੱਸਦਾ ਸੀ ਅਤੇ ਨਾ ਹੀ ਆਪਣੀ ਕੋਈ ਨੂੰਹ ਨੂੰ ਜਵਾਬ ਦਿੰਦਾ ਸੀ, ਕਿਉਂਕਿ ਉਹ ਇਸ ਗੱਲ ਤੋਂ ਡਰਦਾ ਸੀ ਕਿ ਕਿਤੇ ਜਿਹੜੇ ਮੈਂ 3 ਮਹੀਨੇ ਇਹਨਾਂ ਦੇ ਆਪਣੇ ਪੁੱਤਰ ਦੇ ਘਰੇ ਰਹਿਣਾ ਅਤੇ ਮੇਰੇ ਰਹਿਣ ਪਿੱਛੇ ਇਹਨਾਂ ਦੇ ਆਪਸ ਵਿੱਚ ਕੋਈ ਲੜਾਈ ਨਾ ਹੋ ਜਾਵੇ। ਇਸ ਕਰਕੇ ਬਾਬਾ ਲੜਾਈ ਦੇ ਡਰ ਤੋਂ ਨਾ ਤਾਂ ਆਪਣੇ ਪੁੱਤਰ ਨੂੰ ਕੁਝ ਦੱਸਦਾ ਸੀ ਅਤੇ ਨਾ ਹੀ ਆਪਣੀ ਨੂੰਹ ਨੂੰ ਕੋਈ ਜਵਾਬ ਦਿੰਦਾ ਸੀ। ਨੈਕਸਟ, ਫਿਰ ਆਪ ਹੀ ਸੋਚ ਕੇ ਮਨ ਨੂੰ ਤਸੱਲੀ ਦੇ ਦਿੰਦਾ, ਠੀਕ ਹੀ ਤਾਂ ਕਹਿੰਦੀ ਹੈ ਤਲੋਕੇ ਦੀ ਬਹੂ। ਤਲੋਕੇ ਦੀ ਤਨਖਾਹ ਵੀ ਤਾਂ 150 ਰੁਪਏ ਦੀ ਹੈ, ਉਸਨੇ ਬੱਚੇ ਵੀ ਪਾਲਣੇ ਹਨ। ਇਸੇ ਤਰ੍ਹਾਂ ਬਾਬਾ ਬਾਰੂ ਸਾਰਾ ਦਿਨ ਸੋਚਣ ਦੀ ਉਧੇੜ-ਬੁਣ ਵਿੱਚ ਉਲਝਿਆ ਰਹਿੰਦਾ। ਕਦੇ ਸੋਚਦਾ ਅੱਧੀ ਜ਼ਮੀਨ ਤਲੋਕੇ ਦੇ ਨਾਂ ਲਵਾ ਦੇਵਾਂ, ਬਾਕੀ ਤਾਂ ਆਪਣੇ ਘਰੇ ਚੰਗਾ ਖਾਂਦੇ ਪੀਂਦੇ ਹਨ। ਇਸ ਦਾ ਗੁਜ਼ਾਰਾ ਮੁਸ਼ਕਿਲ ਹੈ, ਪਰ ਗੱਲ ਇਹ ਕਿ ਉਸਦੇ ਦੂਜੇ ਪੁੱਤਰ ਕਿਵੇਂ ਸਹਾਰ ਸਕਦੇ ਹਨ। ਉਹ ਤਾਂ ਪੂਰੇ ਹਿੱਸੇ ਲਈ ਮਾਰਨ ਨੂੰ ਤਿਆਰ ਹੋ ਜਾਣਗੇ। ਫਿਰ ਕਈ ਵਾਰੀ ਬਾਬੇ ਨੂੰ ਆਪਣੀ ਨੂੰਹ ਦੀਆਂ ਗੱਲਾਂ ਸੱਚੀਆਂ ਵੀ ਲੱਗਦੀਆਂ। ਠੀਕ ਹੈ, ਅਤੇ ਉਹਨੂੰ ਇਹ ਲੱਗਦਾ ਕਿ ਜਿਹੜਾ ਬਾਕੀ ਤਾਂ ਸਾਰੇ ਮੇਰੇ ਪੁੱਤਰ ਨੇ ਉਹ ਤਾਂ ਚੰਗੇ ਨੇ, ਮਤਲਬ ਉਹਨਾਂ ਦਾ ਕੰਮਕਾਰ ਵੀ ਸਹੀ, ਉਹਨਾਂ ਕੋਲ ਉਹਨਾਂ ਦਾ ਜਿਹੜਾ ਗੁਜ਼ਾਰਾ ਸਹੀ ਹੁੰਦਾ, ਬਟ ਇਹ ਜਿਹੜਾ ਮੇਰਾ ਪੁੱਤਰ ਹੈ ਇਹਦਾ ਕੰਮ ਵੀ ਥੋੜ੍ਹਾ ਜਿਹਾ ਘੱਟ ਹੈ ਅਤੇ ਇਹਨੇ ਆਪਦੇ ਬੱਚੇ ਵੀ ਪਾਲਣੇ ਨੇ, ਅਤੇ ਇਸ ਕਰਕੇ ਇਹਦੀ ਤਨਖਾਹ ਵੀ ਘੱਟ ਹੈ। ਅਤੇ ਉਹ ਸੋਚਦਾ
कि मैं ਆਪਦੀ ਜਿਹੜੀ ਜ਼ਮੀਨ ਹੈ ਉਹਦਾ ਜ਼ਿਆਦਾ ਹਿੱਸਾ ਆਪਣੇ ਪੁੱਤਰ ਤਰਲੋਕੇ ਦੇ ਨਾਮ ਲਵਾ ਦੇਵਾਂ ਜਾਂ ਅੱਧੀ ਜ਼ਮੀਨ ਉਹਨੂੰ ਦੇ ਦੇਵਾਂ। ਪਰ ਉਹਨੂੰ ਇਸ ਗੱਲ ਤੋਂ ਵੀ ਡਰ ਲੱਗਦਾ ਸੀਗਾ ਕਿ ਜੇਕਰ ਉਹਨੇ ਅੱਧੀ ਜ਼ਮੀਨ ਆਪਦੇ ਇਸ ਪੁੱਤਰ ਨੂੰ ਦੇ ਦਿੱਤੀ ਤਾਂ ਜਿਹੜੇ ਬਾਕੀ ਦੇ 4 ਪੁੱਤਰ ਨੇ ਉਹ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰਨਗੇ। ਜੇਕਰ ਉਹਨੇ ਅੱਧਾ ਹਿੱਸਾ ਆਪਣੇ ਇਸ ਪੁੱਤਰ ਨੂੰ ਦੇ ਦਿੱਤਾ ਅਤੇ ਬਾਕੀ ਅੱਧਾ ਹਿੱਸਾ ਉਹਨਾਂ 4 ਵਿੱਚ ਵੰਡਿਆ ਤਾਂ ਉਹਦੇ ਪੁੱਤਰ ਜਿਹੜੇ ਨੇ ਆਪਸ ਵਿੱਚ ਇੱਕ ਦੂਜੇ ਨੂੰ ਮਾਰਨ ਤੱਕ ਤਿਆਰ ਹੋ ਜਾਣਗੇ। ਇਸ ਕਰਕੇ ਬਾਬਾ ਇਸ ਗੱਲ ਤੋਂ ਡਰ ਕੇ ਆਪਣੇ ਪੁੱਤਰ ਨੂੰ ਮਤਲਬ ਕੁਝ ਕਹਿਣ ਤੋਂ ਵੀ ਡਰਦਾ ਸੀ ਅਤੇ ਨੂੰਹ ਦੀਆਂ ਗੱਲਾਂ ਨੂੰ ਸੁਣ ਕੇ ਉਹਨੂੰ ਦੁੱਖ ਵੀ ਹੁੰਦਾ ਸੀ। ਨਾਲੇ ਦਿਆਲਾ ਜੋ ਹੁਣ ਸਾਰੀ ਜ਼ਮੀਨ ਨੂੰ ਵਾਹੁੰਦਾ ਬੀਜਦਾ ਹੈ ਉਹ ਕਦੋਂ ਮੰਨਣ ਲੱਗਿਆ ਇਸ ਗੱਲ ਨੂੰ। ਉਸ ਦੇ ਘਰ ਰੱਬ ਦਾ ਦਿੱਤਾ ਦੁੱਧ ਅਤੇ ਪੁੱਤ ਸਭ ਕੁਝ ਹੈ, ਪਰ ਫਿਰ ਵੀ ਉਸ ਦੀ ਨੀਅਤ ਫਿੱਟੀ ਪਈ ਹੈ। ਅੰਦਰੋਂ ਅੰਦਰੀ ਉਹ ਪਟਵਾਰੀ ਨਾਲ ਮਿਲ ਕੇ ਅੱਗੇ ਦੀ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ। ਤਾਂਹੀਓ ਤਾਂ ਉਹ ਬਾਬੇ ਬਾਰੂ ਨੂੰ ਪਿੰਡ ਵਿੱਚ ਬੁਲਾ ਕੇ ਖੁਸ਼ ਨਹੀਂ। ਫਿਰ ਉਹਨੂੰ ਆਪਦੇ ਚੌਥੇ ਪੁੱਤਰ ਦਾ ਧਿਆਨ ਆ ਜਾਂਦਾ ਕਿ ਜਿਹੜਾ ਪੁੱਤਰ ਸਾਰੀ ਜ਼ਮੀਨ ਨੂੰ ਵਾਹੁੰਦਾ ਹੈ ਉਹ ਇਸ ਗੱਲ ਨੂੰ ਕਿਵੇਂ ਬਰਦਾਸ਼ਤ ਕਰੇਗਾ ਕਿ ਉਹ ਮਤਲਬ ਜਿਹੜਾ ਬੰਦਾ ਸਾਰੇ ਦਿਨ ਜ਼ਮੀਨ ਦੇ ਕੰਮ ਕਰਦਾ, ਸਾਰਾ ਦਿਨ ਖੇਤੀ ਦੀ ਵਾਹੀ ਕਰਦਾ ਅਤੇ ਉਹਨੂੰ ਮਤਲਬ ਘੱਟ ਮਿਲੇ ਅਤੇ ਬਾਕੀਆਂ ਨੂੰ ਜ਼ਿਆਦਾ ਮਿਲੇ। ਠੀਕ ਹੈ, ਪਰ ਉਹਨੂੰ ਬਾਬੇ ਨੂੰ ਇਹ ਵੀ ਪਤਾ ਸੀਗਾ ਕਿ ਜਿਹੜਾ ਮੇਰਾ ਪੁੱਤਰ ਸਾਰਾ ਦਿਨ ਖੇਤ ਦਾ ਕੰਮ ਕਰਦਾ ਉਹਦੀ ਨੀਅਤ ਵੀ ਜਿਹੜੀ ਸਹੀ ਨਹੀਂ ਹੈਗੀ। ਮਤਲਬ ਉਹ ਇਹ ਚਾਹੁੰਦਾ ਕਿ ਉਹ ਪਟਵਾਰੀ ਨਾਲ ਮਿਲ ਕੇ ਮਤਲਬ ਇਹ ਤਰਕੀਬ ਬਣਾ ਰਿਹਾ ਕਿ ਜਿਹੜੀ ਸਾਰੀ ਜ਼ਮੀਨ ਹੈ ਉਹਦੇ ਹੱਥ ਵਿੱਚ ਆ ਜਾਵੇ ਅਤੇ ਉਹਦੇ ਬਾਕੀ ਭਰਾਵਾਂ ਨੂੰ ਕੁਛ ਵੀ ਨਾ ਮਿਲੇ। ਇਸ ਕਰਕੇ ਤਾਂ ਹੀ ਤਾਂ ਆਪਣੇ ਪੁੱਤਰ ਨੂੰ ਆਪਦੇ ਪਿਤਾ ਨੂੰ ਆਪਦੇ ਘਰ ਬੁਲਾ ਕੇ ਖੁਸ਼ ਨਹੀਂ ਹੈਗਾ ਕਿ ਕਿਤੇ ਪਿਤਾ ਉਹਦੀਆਂ ਗੱਲਾਂ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰੇ ਜਾਂ ਉਹਦੇ ਕੰਮ ਵਿੱਚ ਦਖਲ ਅੰਦਾਜ਼ੀ ਨਾ ਕਰੇ। ਸੋਚ ਬਾਬਾ ਰੋਣ ਹਾਕਾ ਹੋ ਜਾਂਦਾ। ਐਡਾ ਵੱਡਾ ਪਰਿਵਾਰ ਸੀ ਉਸਦਾ ਕਿ ਲੋਕ ਪਿੰਡ ਵਿੱਚ ਉਸਨੂੰ ਵੱਡੇ ਪਰਿਵਾਰ ਵਾਲਾ ਕਹਿ ਕੇ ਬੁਲਾਉਂਦੇ। ਜਦੋਂ ਕਦੇ ਉਹ ਸਾਰੇ ਪੁੱਤ ਪੋਤਿਆਂ ਵਿੱਚ ਬੈਠਾ ਹੁੰਦਾ ਤਾਂ ਉਸਨੂੰ ਕਈ ਵਾਰ ਇਹ ਵੀ ਭੁੱਲ ਜਾਂਦਾ ਕਿ ਕਿਹੜਾ ਪੁੱਤ ਦਿਆਲੇ ਦਾ ਅਤੇ ਕਿਹੜਾ ਪ੍ਰੀਤੂ ਦਾ, ਅਤੇ ਪਰ ਕੋਈ ਉਸਦੀ ਬਾਤ ਨਹੀਂ ਪੁੱਛਦਾ। ਮਤਲਬ ਕਈ ਵਾਰੀ ਬਾਬੇ ਨੂੰ ਇਹ ਸੋਚ ਕੇ ਮਤਲਬ ਰੋਣਾ ਆਉਂਦਾ ਸੀਗਾ ਕਿ ਉਹਦਾ ਪਰਿਵਾਰ ਕਿੰਨਾ ਵੱਡਾ ਸੀਗਾ। ਠੀਕ ਹੈ, ਅਤੇ ਪਿੰਡ ਵਿੱਚ ਸਾਰੇ ਉਹਨੂੰ ਇਹ ਕਹਿੰਦੇ ਸੀ ਕਿ ਜਿਹੜਾ ਬਾਬਾ ਬਾਰੂ ਇਹ ਸਭ ਤੋਂ ਵੱਡੇ ਪਰਿਵਾਰ ਵਾਲਾ ਹੈ। ਠੀਕ ਹੈ, ਅਤੇ ਜਦੋਂ ਆਪਣੇ ਪੁੱਤਰ ਪੋਤਰਿਆਂ ਨਾਲ ਬੈਠਾ ਹੁੰਦਾ ਸੀਗਾ ਅਤੇ ਉਹਨੂੰ ਇਹ ਵੀ ਨਹੀਂ ਪਤਾ ਲੱਗਦਾ ਸੀਗਾ ਵੀ ਇੰਨੀ ਕੁ ਜ਼ਿਆਦਾ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਸੀ। ਉਹਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਕਿਹੜਾ ਪੁੱਤਰ ਜਾਂ ਕਿਹੜਾ ਪੋਤਰਾ ਕਿਹੜੇ ਪੁੱਤਰ ਦਾ ਹੈ, ਕਿਹੜਾ ਬੱਚਾ ਕਿਹੜੇ ਪੁੱਤਰ ਦਾ ਹੈ। ਠੀਕ ਹੈ, ਬਟ ਹੁਣ ਜਿਹੜੇ ਨੇ ਪੁੱਤਰ ਉਹਦੀ ਕੋਈ ਬਾਤ ਵੀ ਨਹੀਂ ਪੁੱਛਦੇ ਹੁੰਦੀ, ਸਾਰ ਵੀ ਨਹੀਂ ਲੈਂਦੇ ਕਿ ਸਾਡਾ ਪਿਤਾ ਠੀਕ ਹੈ ਜਾਂ ਨਹੀਂ ਠੀਕ ਹੈਗਾ। ਨੈਕਸਟ, ਜਦੋਂ ਉਸਦੀ ਪਤਨੀ ਜਿਉਂਦੀ ਸੀ ਤਾਂ ਉਹ ਪਿੰਡ ਹੀ ਰਹਿੰਦਾ ਸੀ ਅਤੇ ਦਿਆਲੇ ਨੇ ਉਸਦੀ ਮੰਜੀ ਨੀਰੇ ਵਾਲੇ ਅੰਦਰ ਢਾ ਰੱਖੀ ਸੀ। ਪਰ ਜਦੋਂ ਉਹ ਮਰ ਗਈ ਤਾਂ ਉਸਦੀ ਮੰਜੀ ਦਾ ਵੀ ਕੋਈ ਟਿਕਾਣਾ ਨਹੀਂ ਸੀ ਰਿਹਾ। ਠੀਕ ਹੈ, ਮਤਲਬ ਉਹ ਸੋਚਦਾ ਸੀ ਕਿ ਜਦੋਂ ਉਹਦੀ ਪਤਨੀ ਸੀ ਉਦੋਂ ਉਹ ਪਿੰਡ ਵਿੱਚ ਰਹਿੰਦਾ ਸੀ ਅਤੇ ਜਿਹੜਾ ਦਿਆਲਾ ਸੀ ਉਹਨੇ ਆਪਣੇ ਪਿਤਾ ਦੀ ਮੰਜੀ ਨੀਰੇ ਮੀਨਜ਼ ਤੂੜੀ ਵਾਲਾ ਕੋਠਾ, ਠੀਕ ਹੈ, ਆਪਣੇ ਪਿਤਾ ਦੀ ਮੰਜੀ ਤੂੜੀ ਵਾਲੇ ਕੋਠੇ ਵਿੱਚ ਚੜਾਈ ਸੀ ਅਤੇ ਹੁਣ ਉਹ ਮਰ ਗਈ ਤਾਂ ਉਹਦੀ ਮੰਜੀ ਤੂੜੀ ਵਾਲੇ ਕੋਠੇ ਵਿੱਚ ਵੀ ਉਹਦਾ ਕੋਈ ਟਿਕਾਣਾ ਨਹੀਂ ਰਹਿ ਗਿਆ। ਪਹਿਲਾਂ ਦੂਜੇ ਵੱਲ, ਦੂਜਾ ਤੀਜੇ ਵੱਲ, ਤੀਜਾ ਚੌਥੇ ਵੱਲ ਤੱਕਣ ਨੂੰ ਤਿਆਰ ਰਹਿੰਦਾ। ਜੇ ਉਹ ਜਿੰਨਾ ਵੱਡਾ ਉਸਦਾ ਪਰਿਵਾਰ ਸੀ ਓਨੀਆਂ ਹੀ ਧੰਦਾ ਉਸ ਵਿੱਚ ਉਲਝਿਆ ਪਿਆ ਸੀ। ਕਈ ਵਾਰੀ ਉਹ ਬਹੁਤਾ ਦੁਖੀ ਹੋ ਕੇ ਆਪਣੀ ਸਵਰਗਵਾਸੀ ਪਤਨੀ ਨੂੰ ਕਹਿ ਉੱਠਦਾ, ਦੇਖ ਭਾਗਵੰਤੀਏ, ਤੂੰ ਕਹਿੰਦੀ ਸੀ ਜਿੰਨੇ ਪੁੱਤ ਹੋਣਗੇ ਓਨਾ ਹੀ ਸੁੱਖ ਮਿਲੇਗਾ ਬੁਢਾਪੇ ਵਿੱਚ। ਕਦੇ ਭਲਾ ਕਿਸੇ ਨੂੰ ਦੁੱਧ ਅਤੇ ਪੁੱਤ ਵੀ ਬਹੁਤੇ ਲੱਗੇ ਹਨ। ਅੱਜ ਮੇਰੀ ਹਾਲਤ ਦੇਖ ਜ਼ਰਾ ਕਿ ਮੈਂ ਕਿੰਨਾ ਦੁਖੀ ਹਾਂ। ਮੇਰੀ ਰੁੱਖੀ ਸੁੱਖੀ ਵੀ ਸਭ ਨੂੰ ਭਾਰੀ ਲੱਗਦੀ ਹੈ। ਠੀਕ ਹੈ, ਮਤਲਬ ਬਾਬਾ ਆਪਣੀ ਮਤਲਬ ਮਰ ਚੁੱਕੀ ਪਤਨੀ ਨਾਲ ਜਾਂ ਸਵਰਗਾਂ ਵਿੱਚ ਬੈਠੇ ਆਪਣੀ ਪਤਨੀ ਨਾਲ ਗੱਲ ਕਰਦਾ ਸੀਗਾ ਕਿ ਤੂੰ ਤਾਂ ਕਹਿੰਦੀ ਸੀ ਕਿ ਮਤਲਬ ਜਿੰਨੇ ਪੁੱਤਰ ਜ਼ਿਆਦਾ ਹੋਣਗੇ, ਜਿੰਨਾ ਪਰਿਵਾਰ ਵੱਡਾ ਹੋਵੇਗਾ ਉਹਨਾਂ ਆਪਾਂ ਨੂੰ ਬੁਢਾਪੇ ਵਿੱਚ ਸੁੱਖ ਮਿਲੇਗਾ। ਬਟ ਤੂੰ ਹੁਣ ਅੱਜ ਮੇਰੀ ਹਾਲਤ ਆ ਕੇ ਵੇਖ ਕਿ ਮਤਲਬ ਮੇਰੀ ਜਿਹੜੀ ਰੁੱਖੀ ਸੁੱਖੀ ਰੋਟੀ ਉਹ ਵੀ ਮੇਰੇ ਇਹਨਾਂ 4-5 ਪੁੱਤਰਾਂ ਨੂੰ ਭਾਰੀ ਪੈ ਰਹੀ ਹੈ। ਮਤਲਬ ਮੈਨੂੰ ਰੁੱਖੀ ਸੁੱਖੀ ਰੋਟੀ ਵੀ ਖਾਣ ਨੂੰ ਜਿਹੜੀ ਸੌਖੀ ਨਸੀਬ ਨਹੀਂ ਹੁੰਦੀ, ਜੇ ਮਿਲਦੀ ਹੈ ਤਾਂ ਉਹ ਵੀ ਤਾਨੇ ਮੇਨਿਆਂ ਨਾਲ ਹੀ ਮਿਲਦੀ ਹੈ। ਫਿਰ ਇੱਕ ਵਾਰ ਉਸਨੇ 5 ਪੁੱਤਰਾਂ 'ਤੇ ਨਜ਼ਰ ਦੌੜਾਈ, ਪਰ 5ਵਾਂ ਤਾਂ ਅਜੇ ਵਿਆਹਿਆ ਹੀ ਨਹੀਂ, ਨਾਲੇ ਉਹ ਤਾਂ ਬਾਹਰ ਨੌਕਰੀ ਕਰਦਾ ਹੈ। ਮੇਰੇ ਕੋਲੋਂ 500 ਮੀਲ ਦੂਰ। ਉਸਦਾ ਭਲਾ ਮੇਰਾ ਕੀ ਗਿਲਾ, ਉਸ ਨਾਲ ਭਲਾ ਮੇਰਾ ਕੀ ਗਿਲਾ। ਹੁਣ ਸਾਲ ਦਾ ਅੰਤ ਆ ਗਿਆ। ਫਿਰ ਬਾਬੇ ਦੀ ਵਾਰੀ ਕਰਤਾਰੇ ਦੇ ਘਰ ਜਾਣ ਦੀ ਆ ਗਈ। ਬਾਬਾ ਬਾਰੂ ਅੰਦਰੋਂ ਅੰਦਰੀ ਖੁਸ਼ ਹੋ ਰਿਹਾ ਸੀ ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦਾ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ ਜਿਸ ਨੂੰ ਕਿਸੇ ਬਟਵਾਰੇ ਦੀ ਲੋੜ ਨਹੀਂ ਸੀ ਸਤਾਉਂਦੀ। ਅਤੇ ਬਾਬਾ ਬਾਰੂ ਕਿੰਨਾ ਚਿਰ ਆਪਣੇ ਛੋਟੇ ਭਰਾ ਕੋਲ ਬੈਠਾ ਆਪਣਾ ਦੁੱਖ ਸੁੱਖ ਫੋਲਦਾ ਰਹਿੰਦਾ ਸੀ। ਮਤਲਬ ਸਾਲ ਜਿਹੜਾ ਸੀ ਪੂਰਾ ਹੋਣ ਵਾਲਾ ਸੀ, ਅੰਤ ਆਉਣ ਵਾਲਾ ਸੀ ਸਾਲ ਦਾ, ਅਤੇ ਹੁਣ ਫਿਰ ਬਾਬੇ ਦੀ ਵਾਰੀ ਸੀ ਆਪਣੇ ਪੁੱਤਰ ਕਰਤਾਰੇ ਕੋਲ ਜਾਣ ਦੀ। ਅਤੇ ਕਰਤਾਰੇ ਕੋਲ ਜਾਣ ਲਈ ਉਹ ਤਾਂ ਖੁਸ਼ ਸੀ ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਉਹਦੇ ਮਤਲਬ ਭਰਾ ਦਾ ਘਰ ਸੀਗਾ
ਠੀਕ ਹੈ। ਅਤੇ ਮਤਲਬ ਉਹਨੂੰ ਇਹ ਖੁਸ਼ੀ ਹੁੰਦੀ ਸੀ ਕਿ ਚਲੋ ਮਤਲਬ ਉਹ ਜਦੋਂ ਇਕੱਲਾ ਬੈਠਾ ਹੁੰਦਾ ਸੀ ਤਾਂ ਆਪਣੇ ਭਰਾ ਕੋਲ ਜਾ ਕੇ ਆਪਣੇ ਦੁੱਖ ਸੁੱਖ ਕਰ ਸਕਦਾ, ਆਪਣੇ ਮਨ ਦੀਆਂ ਗੱਲਾਂ ਆਪਣੇ ਭਰਾ ਨਾਲ ਕਰ ਸਕਦਾ। ਇਹਦੇ ਨਾਲ ਜਿਹੜਾ ਉਹਦਾ ਮਨ ਹਲਕਾ ਹੋ ਜਾਂਦਾ ਸੀਗਾ। ਬਟ ਬਾਕੀ ਪੁੱਤਰਾਂ ਕੋਲ ਰਹਿੰਦਾ ਤਾਂ ਆਪਣੇ ਮਤਲਬ ਮਨ ਦੀਆਂ ਗੱਲਾਂ ਵੀ ਕਿਸੇ ਨਾਲ ਨਹੀਂ ਕਰ ਪਾਉਂਦਾ ਸੀ। ਇਸ ਕਰਕੇ ਉਹ ਕਰਤਾਰੇ ਦੇ ਘਰ ਵਿੱਚ ਉਹਨੂੰ ਰਹਿ ਕੇ ਉਹਨੂੰ ਖੁਸ਼ੀ ਮਹਿਸੂਸ ਹੁੰਦੀ ਸੀ। ਠੀਕ ਹੈ।